सतनाम श्री वाहिगुरु साहिब जीओ। गुर जैसा नाही को देव, जिस मस्तक भाग सो लागा सेव। तुद आ गए अरदास हमारी, जियो पिंड सब तेरा। कहो नानक सब तेरी वड्याई, कोई नाउ ना जाने मेरा। कहो नानक सब तेरी वड्याई, कोई नाउ ना जाने मेरा। जुगो जुग अटल चबर शद्र तख दे मालक, दसां पातशाहियां जी दी जोत हाजर नाजर श्री गुरु ग्रंथ साहिब महाराज जी दे पावन पवित्र सतगुरां दे सन्मुख हजूरी अंदर जुड़ बैठे गुरु प्यारे, गुरु सारे गुरु की साजी साज के निवाजी। गुरु का खास रूप खालसा साध संगत जीओ। आओ कुछ समय लई सतगुरु जी दे पावन पवित्र चरण कमलां दे नाल मन बिरतियां कागर करके जुड़ करके बहन की कृपालता करिए। समय और सवासां नूं सफला करिए। सतगुरां दियां खुशियां प्राप्त करना करिए। चल रही लड़ीवार शब्द विचार कथा गुरबाणी सरवण करना करिए। सतगुरां दियां खुशियां प्राप्त करना करिए। आप संगत ने जो हुण तक लड़ीवार शब्द विचार कथा गुरबाणी सरवण करना कीती है, वो विचार इथों तक सी कि जिस वेले सतगुरु गुरु गोविंद सिंह महाराज दसम पातशाह सतगुरु जी इधर श्री आनंदपुर साहिब की धरती ते विराजमान है, जिथे आनंद मंगल बने हुए ने। सतगुरु जी इधर बख्शिशां रहमतां बरता रहे ने ते समां बतीत हुंदा गया। सतगुर दे ग्रह विखे हुण तिन पुत्रा ने, तिन साहिबजादियां ने जन्म प्राप्त कीता। वो तीनों पुत्र सतगुर दे ग्रह विखे बड़े सोभदे ने, बड़े चंगे सोहणे लगदे ने। बाबा अजीत सिंह जी माता सुंदर कौर जी दे पवित्र कुख तो जिन्हां ने जन्म प्राप्त किया, उस तो उपरंत बाबा जुझार सिंह जी जिन्हां ने माता जीतो जी दी पावन पवित्र कुख तो जन्म प्राप्त किया, उस तो उपरंत जोरावर सिंह जी जिन्हां ने माता जीतो जी दी कुख तो जन्म प्राप्त किया। उस वक्त हुण तीन साहिबजादे सतगुर दे ग्रह विखे विराजमान ने, सुशोभित है। बड़े आनंद बने ने, खुशियां बनना कीतियां ने। सतगुर दी इदां कृपा रहमत वरत रही है। ते दादी गुजरी जी तीनों पोतरियां नूं अपनी गोद विच लैके बड़ा आनंद माणदी, बड़ी खुशी प्राप्त करदी है। उस अकाल पुरख वाहिगुरु दा धन्नवाद शुकराना पे करदी है। उस वाहिगुरु परमात्मा ने बहुत चंगी बख्शिश रहमत कीती है, तीनों पुत्रां दी दात प्रदान कीती है। ते सतगुर दे सन्मुख हुण रोजाना खुशियां बनदियां ने। दूरों दूरों चल के सतगुर दे सन्मुख श्री आनंदपुर साहिब की धरती ते काफी बड़ी पद्धर ते संगत पधारदी है।
ਰੋਜ਼ਾਨਾ ਸਤਿਗੁਰ ਦੇ ਸਨਮੁਖ ਸਿੱਖ ਸੂਰਮੇ ਯੋਧੇ ਮਹਾਬਲੀ ਇਦਾਂ ਦੇ ਯੋਧੇ ਸਤਿਗੁਰ ਦੇ ਸਨਮੁਖ ਆਉਂਦੇ ਨੇ ਤੇ ਸਤਿਗੁਰ ਜੀ ਕਈ ਦਫਾ ਉਹਨਾਂ ਯੋਧਿਆਂ ਨੂੰ ਸੂਰਮਿਆਂ ਨੂੰ ਆਪਣੇ ਸਨਮੁਖ ਰੱਖਦੇ ਨੇ। ਕਈ ਸਿੱਖ ਸੂਰਮੇ ਯੋਧੇ ਸਤਿਗੁਰ ਦੇ ਸਨਮੁਖ ਤਨਖਾਹ ਤੇ ਰਹਿੰਦੇ ਆ, ਤਨਖਾਹ ਲੈਂਦੇ ਮਹੀਨੇ ਵਾਲੀ। ਕਈ ਸਿੱਖ ਸੂਰਮੇ ਤਨਖਾਹ ਤੋਂ ਬਿਨਾਂ ਰਹਿੰਦੇ ਪਿਆਰ ਸਦਕਾ, ਪਿਆਰ ਤੇ ਉਹਨਾਂ ਦਾ ਵੀ ਜਿਹੜੇ ਤਨਖਾਹ ਲੈਂਦੇ ਨੇ। ਪਰ ਕਈ ਦਫਾ ਗੁਰੂ ਪਿਆਰਿਓ ਪਰਿਵਾਰ ਦੀ ਮਜਬੂਰੀ ਬਣ ਜਾਂਦੀ ਹੈ, ਪਰਿਵਾਰ ਦੇ ਜਿਹੜੇ ਕਾਰਗੁਜ਼ਾਰੀ ਵਾਸਤੇ ਉਹ ਮਾਇਆ ਹੋਣੀ ਜ਼ਰੂਰੀ ਹੈ, ਮਾਇਆ ਦੀ ਪ੍ਰਾਪਤੀ ਹੋਣੀ ਜ਼ਰੂਰੀ ਹੈ। ਤੇ ਸਤਿਗੁਰੂ ਜੀ ਉਹਨਾਂ ਦੇ ਘਰ-ਬਾਰ ਦੀ ਕਾਰੋਬਾਰ ਬਿਹਾਰੀ ਚਲਾਉਣ ਵਾਸਤੇ, ਬੱਚਿਆਂ ਦੀ ਪਰਵਰਿਸ਼ ਵਾਸਤੇ ਤਨਖਾਹ ਵਜੋਂ ਕੁਝ ਮਾਇਆ ਮਿੱਥ ਦਿੰਦੇ ਸਨ ਮਹੀਨੇ ਦੀ। ਤੇ ਉਹ ਸਿੱਖ ਸੂਰਮੇ ਸਤਿਗੁਰ ਦੇ ਸਨਮੁਖ ਪਿਆਰ ਦੇ ਨਾਲ ਰਹਿੰਦੇ ਨੇ, ਭਾਵਨਾ ਰਹਿੰਦੇ, ਸੇਵਾ ਕਰਦੇ ਆ, ਸਿਮਰਨ ਕਰਦੇ, ਬਾਣੇ ਨਾਲ ਜੁੜੇ ਆ। ਹੁਣ ਏਦਾਂ ਸਤਿਗੁਰ ਦੇ ਸਨਮੁਖ ਕਈ ਸਿੱਖ ਸੂਰਮੇ ਵੈਸੀ ਸਤਿਗੁਰ ਦੇ ਸਨਮੁਖ ਬਿਨਾਂ ਤਨਖਾਹ ਤੋਂ ਰਹਿੰਦੇ ਆ। ਏਦਾਂ ਸਤਿਗੁਰ ਦੇ ਸਨਮੁਖ ਕਾਫੀ ਸਿੱਖ ਸੰਗਤਾਂ ਜੁੜਦੀਆਂ ਨੇ। ਤੇ ਸਤਿਗੁਰ ਦੇ ਗ੍ਰਹਿ ਵਿਖੇ ਹੁਣ ਉਸ ਵਕਤ ਜਿਹੜੇ ਰਾਗੀ, ਢਾਡੀ, ਕਥਾਵਾਚ, ਕਵਿਸ਼ਰੀ ਇਹਨਾਂ ਦੇ ਸਤਿਗੁਰ ਦੇ ਸਨਮੁਖ ਵੀ ਪਹੁੰਚਣੇ ਸ਼ੁਰੂ ਹੋ ਗਏ ਨੇ, ਕਿਉਂਕਿ ਜ਼ਰੂਰੀ ਹੈ ਵਿਚਾਰਾਂ। ਹੁਣ ਸਤਿਗੁਰ ਦੀ ਬਖਸ਼ਿਸ਼ ਰਹਿਮਤ ਪ੍ਰਾਪਤ ਕਰਨੀ, ਸਤਿਗੁਰ ਦੇ ਦਰਕਾਰ ਦੇ ਵਿੱਚ ਸੰਗਤਾਂ ਦੀਆਂ ਰੌਣਕਾਂ ਲੱਗਣੀਆਂ। ਜਿੱਥੇ ਗੁਰੂ ਪਿਆਰਿਓ ਏਦਾਂ ਦੀ ਪ੍ਰਾਪਤੀ ਹੋਣੀ ਵੱਡੇ ਪੱਧਰ ਤੇ, ਉੱਥੇ ਗੁਰਬਾਣੀ ਦਾ ਪ੍ਰਚਾਰ ਵੀ ਜ਼ਰੂਰੀ ਹੈ। ਉਸ ਵਕਤ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਨਮੁਖ ਏਦਾਂ ਸੰਗਤ ਵੱਡੇ ਪੱਧਰ ਤੇ ਸਤਿਗੁਰ ਦੇ ਸਨਮੁਖ ਜੁੜਦੀ ਹੈ। ਤੇ ਸਤਿਗੁਰ ਦੇ ਸਨਮੁਖ ਕਵੀ ਦਰਬਾਰ ਵੀ ਜੁੜਦੇ ਨੇ, ਜਿਹੜੇ ਕਵੀ ਛੰਦਾਂ ਦੇ ਰੂਪ ਦੇ ਵਿੱਚ ਸਤਿਗੁਰ ਦੀ ਮਹਿਮਾ ਵਰਣਨ ਕਰਦੇ ਨੇ। ਸਤਿਗੁਰ ਦੀ ਬਖਸ਼ਿਸ਼ ਰਹਿਮਤ ਹੁੰਦੀ ਹੈ। ਏਦਾਂ ਕਾਫੀ ਵੱਡੇ ਪੱਧਰ ਤੇ ਸੰਗਤਾਂ ਇਕੱਤਰ ਹੋ ਕਰਕੇ ਸਤਿਗੁਰ ਦੇ ਸਨਮੁਖ ਜੁੜਦੀਆਂ। ਸਤਿਗੁਰ ਜੀ ਉਹਨਾਂ ਕਵੀਆਂ ਨੂੰ, ਉਹਨਾਂ ਸੇਵਕਾਂ ਨੂੰ ਅਨੇਕ ਪ੍ਰਕਾਰ ਦੇ ਧਨ ਦੌਲਤ ਦੇ ਕੇ ਸਤਿਗੁਰ ਜੀ ਸਤਿਕਾਰ ਕਰਦੇ ਨੇ, ਰਿਸਪੈਕਟ ਕਰਦੇ ਉਹਨਾਂ ਦੇ ਕਲਾ ਦੀ, ਉਹਨਾਂ ਦੀ ਇਸ ਵਿਚਾਰ ਦੀ। ਸਤਿਗੁਰ ਦੀ ਬੇਅੰਤ ਵਿਚਾਰ ਕਰਦੇ ਨੇ, ਬਖਸ਼ਿਸ਼ ਕਰਦੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ। ਤੇ ਸਮਾਂ ਬਤੀਤ ਹੁੰਦਾ ਗਿਆ ਗੁਰੂ ਪਿਆਰਿਓ, ਸਤਿਗੁਰ ਦੇ ਗ੍ਰਹਿ ਵਿਖੇ ਆਨੰਦ ਬਣਦੇ ਗਏ। ਦੂਰੋਂ ਦੂਰੋਂ ਸਤਿਗੁਰ ਦੀ ਇਸ ਬਖਸ਼ਿਸ਼ ਰਹਿਮਤ ਦੀ ਜਿਹੜੀ ਵਿਚਾਰ ਹੈ ਸੰਗਤਾਂ ਵਿੱਚ ਫੈਲ ਗਈ। ਸਤਿਗੁਰ ਦੇ ਸਨਮੁਖ ਅਨੇਕ ਪ੍ਰਕਾਰ ਦੀ ਜਿਹੜੀ ਮਹਿਮਾ ਉਹ ਸੰਸਾਰ ਦੇ ਵਿੱਚ ਦੂਣੀ ਚੂਣੀ ਫੈਲ ਗਈ। ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬੜੇ ਪ੍ਰਸੰਨ ਹੁੰਦੇ, ਬੜੇ ਬੇਅੰਤ ਬਖਸ਼ਿਸ਼ ਰਹਿਮਤ ਵਰਤਾਉਂਦੇ ਸੰਗਤਾਂ ਦੇ ਉੱਤੇ। ਤੇ ਜਿਹੜੇ ਕਵੀ ਦਰਬਾਰ ਹੁੰਦੇ, ਜਿਹੜੇ ਬਹੁਤ ਵਧੀਆ ਚੰਗੇ ਛੰਦਾਂ ਦੇ ਵਿੱਚ ਸਤਿਗੁਰ ਦੇ ਸਨਮੁਖ ਕਵਿਤਾਵਾਂ ਗਾਉਂਦੇ, ਸਤਿਗੁਰ ਜੀ ਉਹਨਾਂ ਨੂੰ ਪ੍ਰਸੰਨ ਕਰਦੇ। ਗੁਰੂ ਜੀ ਪ੍ਰਸੰਨ ਕਰਕੇ ਉਹਨਾਂ ਨੂੰ ਧਨ ਦੌਲਤ ਦਿੰਦੇ ਨੇ ਵੱਡੇ ਰੂਪ ਦੇ ਵਿੱਚ। ਹੁਣ ਸਤਿਗੁਰ ਦੇ ਸਨਮੁਖ ਹਰੇਕ ਧਰਮ ਦੇ ਲੋਕ ਇਕੱਤਰ ਹੋਣੇ ਸ਼ੁਰੂ ਹੋ ਗਏ। ਕਈ ਦਫਾ ਹਿੰਦੂ, ਮੁਸਲਿਮ, ਇਦਾਂ ਦੇ ਬਹੁਤ ਜ਼ਿਆਦਾ ਗੈਰ ਧਰਮ ਦੇ ਲੋਕ ਵੀ ਇਕੱਤਰ ਹੋਣੇ ਸ਼ੁਰੂ ਹੋ ਗਏ, ਕਿਉਂਕਿ ਸਤਿਗੁਰ ਦੀ ਮਹਿਮਾ ਜਿਹੜੀ ਹੈ ਉਹ ਥਾਂ ਥਾਂ ਤੇ ਵਰਣਨ ਹੋਣੀ ਸ਼ੁਰੂ ਹੋ ਗਈ। ਗੁਰੂ ਜੀ ਪ੍ਰਸੰਨ ਹੋ ਕੇ ਬਹੁਤ ਵਧੀਆ ਵਿਚਾਰਾਂ ਕਰਦੇ ਸਿੱਖਾਂ ਦੇ ਨਾਲ, ਬੇਅੰਤ ਇਦਾਂ ਦੀ ਵਿਚਾਰ ਕਰਦੇ। ਫਿਰ ਜਿਹੜੇ ਆਦਰ ਨਾਲ ਗੁਰੂ ਜੀ ਦੇ ਪਾਸ ਰਹਿੰਦੇ ਉਹ ਕਵੀਆਂ ਨੂੰ, ਪਿਆਰਿਆਂ ਨੂੰ ਧਨ ਦੌਲਤ ਦਿੰਦੇ ਨੇ। ਹੁਣ ਸਤਿਗੁਰ ਦੇ ਸਨਮੁਖ ਇੱਕ ਕਵੀ ਹੈ ਜਿਹਦਾ ਨਾਮ ਭਾਈ ਸੰਤੋਖ ਸਿੰਘ ਜੀ ਇਦਾਂ ਵਰਣਨ ਕਰਦੇ ਨੇ, ਕਹਿੰਦੇ ਉਹਦਾ ਨਾਮ ਕੇਸਵ ਹੈ। ਇਹ ਕੇਸਵ ਦਾਸ ਕਵੀ ਹੈ ਸਤਿਗੁਰ ਦੇ ਸਨਮੁਖ, ਜਿਹੜਾ ਬਹੁਤ ਵਧੀਆ
ਚੰਗਾ ਸੁਚੱਜੇ ਢੰਗ ਦੇ ਨਾਲ। ਇਹਦੇ ਤੇ ਸਤਿਗੁਰੂ ਪਰਮਾਤਮਾ ਦੀ ਕਿਰਪਾ। ਉਹ ਵਡੇਲ ਖੰਡ ਵਿੱਚ ਪੈਂਦਾ, ਵਡੇਲ ਪਿੰਡ ਦੇ ਵਿੱਚ ਇਹ ਨਗਰ ਪੈਂਦਾ। ਤੇ ਸਤਿਗੁਰੂ ਜੀ ਕਹਿੰਦੇ ਨੇ ਉਸ ਦੇ ਪੁੱਤਰ ਦਾ ਨਾਮ ਕੁਵਰ ਸੀ। ਉਹ ਕੁਵਰ ਨਾਮ ਦਾ ਉਹਦਾ ਪੁੱਤਰ ਹੈ। ਇਹ ਤੇ ਵੀ ਸਤਿਗੁਰ ਦੀ ਬੇਅੰਤ ਬਖਸ਼ਿਸ਼ ਰਹਿਮਤ ਹੈ। ਵੀ ਬਹੁਤ ਗੁਣੀ ਗਿਆਨੀ ਹੈ, ਚੰਗਾ ਛੰਦਾਂ ਦੇ ਵਿੱਚ ਸਤਿਗੁਰੂ ਗੁਰੂ ਨਾਨਕ ਦੇ ਦਰਕਰ ਦੀ ਮਹਿਮਾ ਵਰਣਨ ਕਰਦਾ। ਹੁਣ ਜਿਹੜਾ ਲਿਖਾਰੀ ਹੈ ਨਾ, ਕਵੀ ਹੈ, ਉਹਦੇ ਰਸਨਾ ਦੇ ਵਿੱਚੋਂ ਨਿਕਲੇ ਸ਼ਬਦਾਂ ਦੀ ਮਾਲਾ ਪਰੋਈ ਹੋਈ ਜਦੋਂ ਸੁਣੀ ਦੀ, ਸਰਵਣ ਕਰੀਦੀ ਹੈ, ਸਾਹਮਣੇ ਦਿਲ ਦੇ ਵਿੱਚ ਖਿੱਚ ਪੈਂਦੀ। ਸਤਿਗੁਰ ਦੇ ਸਨਮੁਖ ਆਟੋਮੈਟਿਕਲੀ ਉਸ ਦੀ ਕਲਮ ਗੁਰੂ ਨਾਨਕ ਦੇ ਦਰਕਰ ਦੇ ਨਾਲ ਜੋੜਨ ਵਾਸਤੇ ਸਿੱਖਾਂ ਨੂੰ ਪ੍ਰੇਰਿਤ ਕਰ ਦਿੰਦੀ ਹੈ। ਇਦਾਂ ਦੀ ਵਿਚਾਰ ਹੈ। ਹੁਣ ਕਲਮ ਦੇ ਵਿੱਚ ਇਦਾਂ ਦੀ ਖਿੱਚ ਹੈ, ਇਦਾਂ ਦੀ ਤਾਕਤ ਹੈ ਕਿ ਕਲਮ ਹੈ ਨਾ ਜਿਹੜੀ ਪਿਆਰਿਓ, ਉਹ ਸੰਸਾਰ ਦੇ ਵਿੱਚ ਇਦਾਂ ਜੇ ਕਲਮ ਚੱਲ ਪਵੇ ਤੇ ਕਹਿੰਦੇ ਰਾਈਫਲ ਦੀ ਗੋਲੀ ਨਾਲੋਂ ਵੀ ਜ਼ਿਆਦਾ ਵਾਰ ਕਰਦੀ ਏ ਮਨੁੱਖ ਤੇ। ਕਲਮ ਦੀ ਤਾਕਤ ਬਹੁਤ ਹੈ, ਲਿਖਾਰੀ ਦੀ ਤਾਕਤ ਬਹੁਤ ਹੈ। ਉਸ ਵਕਤ ਸਤਿਗੁਰੂ ਜੀ ਕਿਰਪਾ ਕਰਦੇ, ਕਹਿੰਦੇ ਕੁਵਰ ਜਿਹੜਾ ਇਹ ਬਹੁਤ ਵੱਡਾ ਕਵੀ ਹੈ। ਤੇ ਹੁਣ ਉਸ ਵੇਲੇ ਕੁਵਰ ਕਵੀ ਇਦਾਂ ਦਾ, ਔਰੰਗਜ਼ੇਬ ਬਾਦਸ਼ਾਹ ਨੇ ਇਸ ਕੁਵਰ ਨੂੰ ਧੱਕੇ ਦੇ ਨਾਲ ਆਪਣੇ ਧਰਮ ਦੇ ਵਿੱਚ ਤਬਦੀਲ ਕਰਨ ਦੀ ਬਹੁਤ ਜ਼ੋਰ ਲਾਇਆ। ਉਹਨੇ ਬੜੀ ਛਾਜਸ ਰਚੀ, ਪਰ ਕੁਵਰ ਹੈ ਨਾ ਜਿਹੜਾ ਆਪਣੇ ਧਰਮ ਦੇ ਵਿੱਚ ਪਰਪੱਕ ਰਹਿਣਾ ਚਾਹੁੰਦਾ, ਧਰਮ ਨੂੰ ਤਬਦੀਲ ਨਹੀਂ ਕਰਨਾ ਚਾਹੁੰਦਾ। ਉਸ ਵੇਲੇ ਕੁਵਰ ਨੇ ਆਪਣਾ ਪਿੰਡ ਨਗਰ ਛੱਡ ਕੇ ਦੂਰ ਦਰੇਡੇ ਵੱਡੇ ਲੰਮੇ ਸਫ਼ਰ ਨੂੰ ਤੈਅ ਕਰਦੇ, ਲੁਕਦੇ ਲੁਕਾਉਂਦੇ ਨੇ ਸਮਾਂ ਬਤੀਤ ਕੀਤਾ। ਤੇ ਏਦਾਂ ਸਮਾਂ ਬਤੀਤ ਹੁੰਦਾ ਗਿਆ। ਉਹ ਕੁਵਰ ਨੇ ਇੱਕ ਦਿਨ ਸੁਣਿਆ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦਸਮ ਪਾਤਸ਼ਾਹ ਸਤਿਗੁਰੂ ਜੀ ਨਿਮਾਣਿਆਂ ਦੇ ਮਾਣ ਹੈ, ਨਿਤਾਣਿਆਂ ਦੇ ਤਾਣ, ਨਿਉਟਿਆਂ ਦੀ ਓਟ, ਨਿਆਸਰਿਆਂ ਦੇ ਆਸਰੇ, ਨਿਗੱਤਿਆਂ ਦੀ ਗੱਤ ਹੈ। ਸਤਿਗੁਰ ਦੇ ਸਨਮੁਖ ਜਿਹੜਾ ਜੁੜ ਜਾਂਦਾ, ਝੁਕ ਜਾਂਦਾ, ਸਤਿਗੁਰੂ ਜੀ ਦੀ ਰੱਖਿਆ ਕਰਦੇ ਨੇ। ਸੰਸਾਰ ਵਿੱਚ ਅਨੇਕ ਪ੍ਰਕਾਰ ਦੀ ਵਿਚਾਰਾਂ ਤੋਂ ਸਤਿਗੁਰੂ ਜੀ ਦੀ ਪੱਤ-ਪੁਰ ਇੱਜ਼ਤ ਰੱਖਦੇ ਨੇ। ਕਿਉਂ ਨਾ ਮੈਂ ਵੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਨਮੁਖ ਅਨੰਦਪੁਰ ਦੀ ਧਰਤੀ ਤੇ ਜਾ ਕੇ ਸਤਿਗੁਰ ਦੇ ਚਰਨਾਂ ਵਿੱਚ ਜੁੜ ਜਾਵਾਂ ਤੇ ਸਤਿਗੁਰ ਦੇ ਦਰਕਾਰ ਦੀ ਮਹਿਮਾ ਵਰਣਨ ਕਰਾਂ ਛੰਦਾਂ ਦੇ ਅੰਦਰ। ਉਸ ਵੇਲੇ ਗੁਰੂ ਪਿਆਰਿਓ ਕੁਵਰ ਨੇ ਵਿਚਾਰ ਬਣਾਈ। ਹੁਣ ਦੂਰ ਦਰੇਡੇ ਦੇ ਰਸਤੇ ਨੂੰ ਤੈ ਪੈਂਡੇ ਨੂੰ ਤੈਅ ਕਰਦਾ ਕਰਦਾ ਔਰ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਚੱਲ ਕੇ ਆਇਆ। ਤੇ ਉੱਥੇ ਸਤਿਗੁਰ ਦੇ ਸਨਮੁਖ ਨੇ ਬੇਨਤੀ ਕੀਤੀ ਕਿ ਮੈਂ ਸਤਿਗੁਰੂ ਜੀ ਆਪ ਜੀ ਦੀ ਕਿਰਪਾ ਰਹਿਮਤ ਮਿਹਰਾਂ ਦੇ ਸਦਕਾ ਕੇਸਵ ਦਾਸ ਕਵੀ ਦਾ ਪੁੱਤਰ ਹਾਂ। ਤੇ ਸਤਿਗੁਰੂ ਜੀ ਵੀ ਜਾਣ ਕੇ ਉਸ ਵੇਲੇ ਸਤਿਗੁਰ ਨੇ ਆਖਿਆ, ਕਹਿੰਦੇ ਤੇਰੇ ਪਿਤਾ ਜੀ ਬਹੁਤ ਵੱਡੇ ਕਵੀ, ਉਹਨਾਂ ਵਿੱਚ ਬਹੁਤ ਕਲਾ, ਬਹੁਤ ਪਰਮਾਤਮਾ ਦੀ ਬਖਸ਼ਿਸ਼ ਰਹਿਮਤ ਸੀ। ਕਿਉਂਕਿ ਜੇਕਰ ਕੋਈ ਵੱਡੀ ਪ੍ਰਾਪਤੀ ਕਰਨੀ ਹੈ ਨਾ, ਸਤਿਗੁਰ ਦੀ ਬਖਸ਼ਿਸ਼ ਰਹਿਮਤ ਪ੍ਰਾਪਤ ਕਰਨੀ ਹੈ, ਵੱਡੇ ਕਰਮਾਂ ਤੋਂ, ਅਕਾਲ ਪੁਰਖ ਪਰਮਾਤਮਾ ਦੀ ਕਿਰਪਾ ਰਹਿਮਤ ਤੋਂ ਬਿਨਾ ਕਦਾਚਿਤ ਪ੍ਰਾਪਤ ਨਹੀਂ ਹੋ ਸਕਦੀ। ਜਿੰਨਾ ਮਰਜ਼ੀ ਜ਼ੋਰ ਲਾ ਲਈਏ, ਤੇ ਜਦੋਂ ਸਤਿਗੁਰ ਦੀ ਪਰਮਾਤਮਾ ਦੀ ਕਿਰਪਾ ਰਹਿਮਤ ਹੈ, ਫਿਰ ਤੇ ਸੁੱਤੇ ਸਿੱਧ ਕਹਿੰਦੇ ਸਤਿਗੁਰ ਦੀ ਬਖਸ਼ਿਸ਼ ਰਹਿਮਤ ਪ੍ਰਾਪਤ ਹੋਣ ਲੱਗਿਆਂ ਦੇਰੀ ਨਹੀਂ ਲੱਗਦੀ। ਫਿਰ ਤੇ ਅਚਨਚੇਤ ਉਹ ਸੁਭਾਵ ਕੀ ਕਹਿੰਦੇ ਆਟੋਮੈਟਿਕਲੀ ਮਨੁੱਖ ਦੇ ਹਿਰਦੇ ਵਿੱਚ ਗੁਣ ਪ੍ਰਗਟ ਹੋ ਜਾਂਦੇ ਨੇ। ਇਦਾਂ ਕਰਕੇ ਕੇਸਵ ਦਾਸ ਦੇ ਹਿਰਦੇ ਵਿੱਚ ਪਰਮਾਤਮਾ ਨੇ ਇਹੋ ਜਿਹੇ ਗੁਣ ਭਰੇ ਸਨ। ਉਹਦੀ ਕਲਮ ਇਦਾਂ ਦੀ ਸੀ, ਉਹਦੇ ਛੰਦ ਇਦਾਂ ਦੀ ਸੀ, ਬੋਲ ਰਸਨਾ ਉਹਦੀ ਇਦਾਂ ਦੀ ਸੀ ਕਿ ਸਾਹਮਣੇ ਮਨੁੱਖ ਨੂੰ ਕੀਲ ਕੇ ਰੱਖ ਦਿੰਦੀ ਸੀ। ਇਦਾਂ ਦੀ ਰਸਨਾ, ਜਿਹਦੀ ਰਸਨਾ ਤੇ ਪਰਮਾਤਮਾ ਵਸਦਾ ਹੈ ਨਾ ਪਿਆਰਿਓ, ਉਹਦੀ ਰਸਨਾ ਦੇ ਵਿੱਚੋਂ ਆਟੋਮੈਟਿਕਲੀ ਆਨੰਦ ਆਉਣਾ ਸ਼ੁਰੂ ਹੋ ਜਾਂਦਾ। ਸਤਿਗੁਰ ਦੀ ਕਿਰਪਾ ਰਹਿਮਤ ਵਰਤਣੀ ਸ਼ੁਰੂ ਹੋ ਜਾਂਦੀ ਹੈ। ਪਰ ਚਿੱਤ ਕਰਦਾ ਰਸਨਾ ਦੇ ਵਿੱਚ ਪਰਮਾਤਮਾ ਬੈਠੇ ਹੁੰਦੇ ਨੇ, ਚਿੱਤ ਕਰਦਾ ਸੁਣੀ ਜਾਈਏ ਗੱਲਾਂ,
सतगुर दे दर करदियां विचारां सुनी जाइए। ते मैं इत्थे भी बेनती कर देवां, जदों इदां आनंद बनिया होवे ना प्यारिओ, उदों परमात्मा आप मेहर करके कहंदे उस मनुख तो बुलाउंदा, भावें कोई रागी है, भावें ढाडी है, भावें कविशरी है, भावें कोई कथावाचक है। ते जदों आनंद आउणा शुरू हो जाए ना प्यारिओ, उदों फिर मन लेना चाहिए कि इस बख्शिश रहमत दे पिछे वो अकाल पुरख परमात्मा दा हथ है, क्योंकि उहदी मर्जी तो बिना ते कि पत्ता नहीं ना झुल सकदा। इदां हुण केसव दास दे पुत्र कुंवर दे रसना विच परमात्मा दी किरपा, वो जदों छंद गाउंदा ते सुनन वालियां दा मन मोहिया जांदा। ते बादशाह औरंगजेब इहनूं कहंदे धक्के नाल अपने धर्म दे विच तब्दील करना चाहुंदे सन। जद कुंवर ने इस प्रकार दी खबर सुनी कि सतगुरु गुरु गोबिंद सिंह महाराज जी मैनू इस वड्डे दुख तो तकलीफ तो बचा सकते ने, मेरे धर्म दी अते जिहड़ी दुख तकलीफ बनी है, संकट बनिया, उस तो सतगुरु जी बचा सकते, होर कोई नहीं। तेने सतगुर दे दर कर दे विच आउण दी मन दे विच विचार बना लेना कीती ते सतगुर दे सन्मुख आके इहने सतगुर दी महिमा वर्णन कीती। सतगुर जी बड़े खुश होए, उस वेले नूं याद करवाया, कहंदे भाई कुंवर बई तेरा पिता बहुत वड्डा कलावान सी, उहदे ते परमात्मा दी किरपा सी। उसनूं ਇਹ भी याद करवाया कि तेरे पिता जी बड़े कवि ने, उन्हां पहला रौचक काव्य प्रिया ग्रंथ लिखिया। रौचक काव्य प्रिया ग्रंथ वो बहुत वधिया ग्रंथ है, ग्रंथ की रचना की है। महाभारत दा ग्रंथ दिल नूं चंगा लगन वाला है। कईयां कवियां पासों कहंदे ब्रिज भाषा दे विच इस ग्रंथ नूं बनवावांगे, क्योंकि इस ग्रंथ दे विच बेअंत इदां दे ज्ञान दीयां गल्लां छुपियां ने कि जिहड़े पढ़न वाले सुनन वाले मनुख दे हिरदे विच आटोमैटिकली परमात्मा दी प्राप्ति करन दीयां जज्बे दीयां गल्लां उत्पन्न हुंदियां ने। इदां दी उस ग्रंथ दे विच विचार है। कहंदे इस तरह कह के सदा अपने पास उस वेले उस कुंवर नूं रख लेना कीता। उस बारे सुन के विशेष कवि आउण लगे। कुंवर जिहड़ा सी बहुत वड्डा ज्ञानवान सी, वड्डा ज्ञानी सी। इस कवि दी विचार दे अंदर हुण जदों पता लग्या ना बाकी दे कवियां नूं कि कुंवर सतगुर दे ग्रह विखे रहण लग पिया, हुण उहनूं सुन के दूजे लोग आने शुरू हो गए। उदां दे कवि लोग आने शुरू हो गए ने। ਉਹ ਥਾਂ ਥਾਂ ਤੋਂ ਚੱਲ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਨਮੁਖ ਆਉਣੇ ਸ਼ੁਰੂ ਹੋ ਗਏ। ਇਸ ਤਰ੍ਹਾਂ ਸਤਿਗੁਰ ਦੇ ਗ੍ਰਹਿ ਵਿਖੇ ਰਹਿਣ ਲੱਗੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੁੰਵਰ ਨੂੰ ਕੁਝ ਕਮਾਇਆ ਦੇ ਰੂਪ ਦੇ ਵਿੱਚ ਮਹੀਨੇ ਦੀ ਤਨਖਾਹ ਉਹਦੀ ਮਿੱਥ ਦਿੱਤੀ ਹੈ। ਕਿਉਂਕਿ ਮੈਂ ਬੇਨਤੀ ਕੀਤੀ ਸੀ ਮਾਇਆ ਤੋਂ ਬਿਨਾਂ ਗ੍ਰਸਤੀ ਮਾਰਗ ਦਾ ਨਿਰਵਾਹ ਕਰਨਾ ਬਹੁਤ ਔਖਾ। ਤੇ ਜੇਕਰ ਮਾਇਆ ਦੀ ਗੱਲ ਕਰੀਏ ਗੁਰੂ ਨਾਨਕ ਦੇ ਮਹਾਰਾਜ ਦੀ ਵੈਸੇ ਤੇ ਕਰਨ ਕਾਰਨ ਨੂੰ ਸਮਰੱਥਕ ਸਨ, ਪਰ ਉਹਨਾਂ ਨੇ ਦਿਖਾਇਆ ਕਿ ਗੁਰੂ ਘਰ ਦੇ ਕਾਰਜ ਵੀ ਮਾਇਆ ਤੋਂ ਬਿਨਾਂ ਨਹੀਂ ਚੱਲਦੇ। 20 ਰੁਪਏ ਦਾ ਲੰਗਰ ਲਾਇਆ ਗੁਰੂ ਨਾਨਕ ਦੇ ਮਹਾਰਾਜ ਨੇ ਤੇ 20 ਰੁਪਏ ਹੁੰਦੇ ਤੇ ਸਤਿਗੁਰ ਨੇ ਕਿਰਪਾ ਕੀਤੀ। ਵੈਸੇ ਸਤਿਗੁਰ ਜੀ ਕਰਨ ਕਾਰਨ ਨੂੰ ਸਮਰੱਥਕ ਸਨ, ਉਹ ਮਾਇਆ ਤੋਂ ਬਿਨਾਂ ਵੀ ਸਭ ਕੁਝ ਕਰ ਸਕਦੇ ਸਨ, ਪਰ ਸਾਨੂੰ ਇਹ ਦਿਖਾਇਆ, ਦਰਸਾ ਦਿੱਤਾ, ਪੂਰਨੇ ਪਾ ਦਿੱਤੇ ਕਿ ਮਾਇਆ ਤੋਂ ਬਿਨਾਂ ਇਦਾਂ ਦੇ ਸ਼ੁਭ ਕਾਰਜ ਕੀਤੇ ਨਹੀਂ ਜਾ ਸਕਦੇ। ਇਦਾਂ ਸਤਿਗੁਰ ਨੇ ਪੂਰਨੇ ਪਾ ਕੇ ਸਾਨੂੰ ਦਰਸਾਇਆ, ਚੱਲਣ ਦੀ ਪ੍ਰੇਰਣਾ ਦਿੱਤੀ ਹੈ। ਹੁਣ ਉਸ ਵੇਲੇ ਵਿਚਾਰ ਭਾਵ ਕਹਿਣ ਦਾ ਇਹ ਹੈ, ਕੁੰਵਰ ਨੂੰ ਕੁਝ ਮਾਇਆ ਦੇ ਰੂਪ ਦੇ ਵਿੱਚ ਤਨਖਾਹ ਮਿੱਤ ਦਿੱਤੀ, ਉਹਨੂੰ ਕੋਲੇ ਰੱਖ ਲਿਆ। ਰੋਜ਼ਾਨਾ ਸਤਿਗੁਰ ਦੇ ਸਨਮੁਖ ਕੁੰਵਰ ਰਹਿੰਦਾ। ਹੁਣ ਜਿਹੜਾ ਮਨ ਦੇ ਵਿੱਚ ਦੁੱਖ ਸੀ, ਤਕਲੀਫ ਸੀ, ਕਿ ਮਨ ਦੇ ਵਿੱਚ ਇਹ ਵਿਚਾਰ ਸੀ ਕਿ
ਔਰੰਗਜ਼ੇਬ ਬਾਦਸ਼ਾਹ ਮੈਨੂੰ ਧੱਕੇ ਨਾਲ ਕਿਸੇ ਪ੍ਰਕਾਰ ਆਪਣੇ ਜ਼ੋਰ ਜਬਰਨ ਧਰਮ ਦੇ ਵਿੱਚ ਤਬਦੀਲ ਨਾ ਕਰ ਦਵੇ। ਉਹ ਫਿਕਰ, ਉਹ ਦੁੱਖ ਤਕਲੀਫ ਇਹਦਾ ਨਿਵਰਤ ਹੋ ਗਿਆ, ਖਤਮ ਹੋ ਗਿਆ। ਤੇ ਸਤਿਗੁਰ ਦੇ ਸਨਮੁਖ ਏਦਾਂ ਰਹਿ ਕੇ ਉਹ ਸੇਵਾ ਕਰਨ ਲੱਗ ਪਿਆ। ਤੇ ਕਾਫੀ ਵੱਡੇ ਪੱਧਰ ਤੇ ਰੋਜ਼ਾਨਾ ਏਦਾਂ ਧੀਰਜ ਧਾਰ ਕੇ ਕਵੀ ਦਰਬਾਰ ਸਜਦਾ, ਸਤਿਗੁਰ ਦੀ ਕਿਰਪਾ ਰਹਿਮਤ ਬਣਦੀ। ਗੁਰੂ ਜੀ ਆਪ ਬਾਣੀ ਬਣਾਉਂਦੇ ਸਨ, ਆਪ ਬਾਣੀ ਉਚਾਰਨ ਕਰਦੇ ਸਨ। ਉਸ ਤੋਂ ਉਪਰੰਤ ਸਤਿਗੁਰ ਜੀ ਚੰਡੀ ਚਰਿੱਤਰ ਆਦ ਮਨ ਨੂੰ ਭਾਉਂਦੇ ਸਨ। ਇਦਾਂ ਦੇ ਗ੍ਰੰਥ, ਇਦਾਂ ਦੀ ਗੁਰਬਾਣੀ ਉਚਾਰਨ ਕੀਤੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ। ਕਿਰਪਾਲੂ ਗੁਰੂ ਜੀ ਹਿਰਦੇ ਵਿੱਚ ਬਹੁਤ ਵਿਚਾਰ ਕਰਦੇ, ਕਿਸੇ ਵੱਡੇ ਪੰਥ ਦੀ ਰਚਨਾ ਕਰਨਾ ਚਾਹੁੰਦੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ। ਤੇ ਸਤਿਗੁਰ ਦੇ ਸਨਮੁਖ ਜਿਹੜੀ ਸੰਗਤ ਪਹੁੰਚਦੀ ਹੈ, ਉਹ ਸੰਗਤ ਇਹ ਵੀ ਸ਼ਿਕਾਇਤ ਕਰਦੀ, ਸਤਿਗੁਰ ਜੀ ਸਮੇਂ ਦੇ ਸਰਕਾਰ ਹੈ ਨਾ ਜਿਹੜੀ ਔਰੰਗਜ਼ੇਬ ਬਾਦਸ਼ਾਹ, ਉਹ ਧੱਕੇ ਨਾਲ ਲੋਕਾਂ ਦਾ ਧਰਮ ਤਬਦੀਲ ਕਰਦੇ ਨੇ, ਨਿਹੱਤਿਆਂ ਦੇ ਉੱਤੇ ਵਾਰ ਕਰਦੇ ਨੇ, ਬੜਾ ਦੁੱਖ ਦਿੰਦੇ ਨੇ, ਆਪਣੇ ਮਨ ਭਾਉਂਦੀ ਵਿਚਾਰ ਕਰਦੇ ਨੇ। ਔਰੰਗਜ਼ੇਬ ਬਾਦਸ਼ਾਹ ਬੜਾ ਪਾਪੀ ਹੈ, ਦੁਸ਼ਟ ਹੈ, ਨਿਰਦਈ ਹੈ। ਆਪ ਜੀ ਕਿਰਪਾ ਕਰੋ, ਇਹਦੇ ਪਾਪ ਦੇ ਕਿੰਨਾ ਸਮਾਂ ਤੱਕ ਇਹਦੇ ਪਾਪ ਨੂੰ ਝੱਲਣਾ ਪਵੇਗਾ, ਦੁਸ਼ਟ ਦਾ ਪਾਪ ਸਹਾਰਨਾ ਪਵੇਗਾ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਹੁਣ ਇਦਾਂ ਸੰਗਤਾਂ ਤੋਂ ਗੱਲਾਂ ਸੁਣ ਕੇ ਮਨ ਵਿੱਚ ਵਿਚਾਰ ਕਰਦੇ, ਅਕਾਲ ਪੁਰਖ ਪਰਮਾਤਮਾ ਦੇ ਸਨਮੁਖ ਬੇਨਤੀ ਕਰਦੇ ਆ, ਵਾਹਿਗੁਰੂ ਜੀ ਕਿਰਪਾ ਕਰੋ, ਇਹੋ ਜਿਹਾ ਪੰਥ ਪ੍ਰਗਟ ਕਰਨ ਦੀ ਤਾਕਤ ਪ੍ਰਦਾਨ ਕਰ ਦਿਓ ਕਿ ਇਹੋ ਜਿਹਾ ਪੰਥ ਹੋਵੇ ਜਿਹੜਾ ਇਹਨਾਂ ਪਾਪੀਆਂ ਦੇ ਦੁਸ਼ਟਾਂ ਦੇ ਕਹਿਰ ਅੱਗੇ ਡਟ ਕੇ ਖਲੋ ਜਾਵੇ। ਇਹਨਾਂ ਪਾਪੀਆਂ ਦੇ ਸਨਮੁਖ ਇਦਾਂ ਦੀ ਵਿਚਾਰ ਪ੍ਰਾਪਤ ਕਰ ਲਵੇ ਕਿ ਇਸ ਦੁਸ਼ਟਾਂ ਦੇ ਸਨਮੁਖ ਪਹਾੜ ਦੇ ਚਟਾਨ ਵਾਂਗ ਖਲੋ ਜਾਵੇ, ਡਰੇ ਨਾ, ਇਹਨਾਂ ਤੋਂ ਡਟ ਜਾਵੇ, ਮੌਤ ਤੋਂ ਘਬਰਾਵੇ ਨਾ। ਇਹਨਾਂ ਨੂੰ ਹੱਥਾਂ ਪੈਰਾਂ ਦੀ ਫੈਦੇ, ਇਹਨਾਂ ਤੋਂ ਰਾਜ ਭਾਗ ਖੋਹ ਕੇ ਅਸੀਂ ਸਿੱਖਾਂ ਦੇ ਵਿੱਚ ਪਿਆਰਿਆਂ ਵਿੱਚ ਵਰਤਾ ਦਈਏ। ਇਹੋ ਜਿਹੇ ਪੰਥ ਦੀ ਰਚਨਾ ਕਰਨ ਦੀ ਆਪ ਜੀ ਬਖਸ਼ਿਸ਼ ਰਹਿਮਤ ਕਰੋ, ਇਜਾਜ਼ਤ ਦਿਓ। ਇਦਾਂ ਅਰਦਾਸਾਂ ਕਰਦੇ ਸਤਿਗੁਰੂ ਜੀ। ਤੇ ਉਹ ਵੱਖਰਾ ਪੰਥ ਰਚਨਾ ਵੀ ਹੈ, ਪ੍ਰਗਟ ਵੀ ਕਰਨਾ ਹੈ। ਤੇ ਸਤਿਗੁਰੂ ਜੀ ਇਦਾਂ ਵਿਚਾਰਾਂ ਕਰਨ ਲੱਗੇ ਨੇ, ਕਿਉਂਕਿ ਸਮਾਂ ਹੁੰਦਾ, ਕੋਈ ਵੀ ਕਿਸੇ ਪ੍ਰਕਾਰ ਦੀ ਵਿਚਾਰ ਦਾ ਸਮਾਂ ਹੁੰਦਾ ਕਿ ਜਦੋਂ ਸਮਾਂ ਨਜ਼ਦੀਕ ਆ ਜਾਂਦਾ, ਉਹ ਆਟੋਮੈਟਿਕਲੀ ਉਦਾਂ ਦੀਆਂ ਵਿਧੀਆਂ ਬਣਨੀਆਂ ਸ਼ੁਰੂ ਹੋ ਜਾਂਦੀਆਂ, ਉਦਾਂ ਦੀਆਂ ਵਿਚਾਰਾਂ ਪ੍ਰਗਟ ਹੋਣੀਆਂ ਸ਼ੁਰੂ ਹੋ ਜਾਂਦੀਆਂ। ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਅਕਾਲ ਪੁਰਖ ਪਰਮਾਤਮਾ ਦੇ ਚਰਨਾਂ ਵਿੱਚ ਬੇਨਤੀਆਂ ਪਏ ਕਰਦੇ ਨੇ। ਕਹਿੰਦੇ ਪਾਪੀ ਦੇ ਤੇਜ ਨੂੰ ਖਤਮ ਕਰਕੇ ਸੰਸਾਰ ਦੇ ਵਿੱਚ ਇੱਕ ਵੱਖਰਾ ਪੰਥ ਰਚ ਕੇ ਖਾਲਸੇ ਪੰਥ ਦੇ ਰਾਜ ਨੂੰ ਪ੍ਰਾਪਤ ਕਰਨਾ। ਉਹ ਰਾਜ ਹੋਵੇਗਾ ਜਿੱਥੇ ਕਹਿੰਦੇ ਸਾਂਝੇ ਧਰਮਾਂ ਦੇ ਲੋਕਾਂ ਨੂੰ ਇੱਕੋ ਜਿਹਾ ਸਤਿਕਾਰ, ਇੱਕੋ ਜਿਹੀ ਰਿਸਪੈਕਟ ਪ੍ਰਾਪਤ ਹੋਵੇਗੀ, ਕੋਈ ਊਚ ਨੀਚ ਦੀ ਵਿਚਾਰ ਨਹੀਂ ਹੋਵੇਗੀ। ਗਰੀਬਾਂ, ਨਿਮਾਣਿਆਂ, ਨਿਤਾਣਿਆਂ, ਨਿਹੱਤਿਆਂ ਦੇ ਉੱਤੇ ਕਹਿਰ ਢਾਉਣ ਵਾਲਿਆਂ ਦੀ ਖੈਰ ਨਹੀਂ ਹੋਵੇਗੀ। ਉਸ ਵੇਲੇ ਸਤਿਗੁਰੂ ਨੇ ਇਦਾਂ ਦੀ ਵਿਚਾਰ ਕੀਤੀ ਤੇ ਸਤਿਗੁਰ ਦੇ ਸਨਮੁਖ ਹੁਣ ਕਾਫੀ ਵੱਡੇ ਪੱਧਰ ਤੇ ਇਦਾਂ ਦੀਆਂ ਵਿਚਾਰਾਂ ਬਣਨੀਆਂ ਸ਼ੁਰੂ ਹੋ ਗਈਆਂ। ਇਧਰੋਂ ਮਾਤਾ ਜੀਤੋ ਜੀ ਸਤਿਗੁਰ ਦੇ ਮਹਿਲ, ਜਿਹੜੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਨਮੁਖ ਰਹਿ ਕੇ ਸਤਿਗੁਰ ਦੇ ਉਪਦੇਸ਼ ਨੂੰ ਪ੍ਰਾਪਤ ਕਰਕੇ ਪਿਆਰ ਦੇ ਨਾਲ ਸੰਗਤਾਂ ਦੀ ਸੇਵਾ ਕਰਦੇ ਨੇ। ਹੁਣ ਸਤਿਗੁਰ ਦੇ ਗ੍ਰਹਿ ਵਿਖੇ 3 ਪੁੱਤਰਾਂ ਦੀ ਪ੍ਰਾਪਤੀ ਹੋਈ ਹੈ। ਜਦੋਂ 3 ਪੁੱਤਰ ਪ੍ਰਾਪਤ ਹੋਏ, ਉਸ ਵਕਤ ਸਮਾਂ ਬਤੀਤ ਹੁੰਦਾ ਗਿਆ ਤੇ ਸਤਿਗੁਰ ਦੀ ਕਿਰਪਾ ਰਹਿਮਤ ਵਰਤੀ। ਹੁਣ 3 ਪੁੱਤਰ ਤੇ ਸਤਿਗੁਰ ਦੇ ਗ੍ਰਹਿ ਵਿਖੇ ਪ੍ਰਾਪਤ ਹੋਏ ਨੇ। ਸਤਿਗੁਰ ਨੇ ਕਿਰਪਾ ਰਹਿਮਤ ਕੀਤੀ, ਬਖਸ਼ਿਸ਼ ਕੀਤੀ। ਹੁਣ ਚੌਥਾ ਪੁੱਤਰ ਬਾਬਾ ਫਤਿਹ ਸਿੰਘ ਜੀ, ਸਭ ਤੋਂ ਛੋਟਾ, ਸਤਿਗੁਰ ਦਾ ਲਾਲ। ਉਸ ਵਕਤ ਉਹਨਾਂ ਦੀ ਪ੍ਰਾਪਤੀ ਕਰਨ ਦਾ ਵੀ ਸਮਾਂ ਆ।
ਹੁਣ ਮਾਤਾ ਜੀਤੋ ਦੇ ਗ੍ਰਹਿ ਵਿਖੇ ਉਹਨਾਂ ਦੀ ਕੁੱਖ ਦੇ ਵਿੱਚੋਂ 3 ਪੁੱਤਰਾਂ ਨੇ ਜਨਮ ਪ੍ਰਾਪਤ ਕੀਤਾ। 3 ਪੁੱਤਰ, ਵੱਡੇ ਬਾਬਾ ਅਜੀਤ ਸਿੰਘ ਜੀ, ਸੁੰਦਰ ਕੌਰ ਜੀ, ਉਹਨਾਂ ਦੇ ਕੁੱਖ ਦੇ ਵਿੱਚੋਂ ਉਹਨਾਂ ਨੇ ਜਨਮ ਪ੍ਰਾਪਤ ਕੀਤਾ। ਤੇ ਸਤਿਗੁਰ ਦੀ ਇਦਾਂ ਕਿਰਪਾ ਰਹਿਮਤ ਵਰਤਣਾ ਕੀਤੀ ਪਿਆਰਿਓ। ਸਮਾਂ ਬਤੀਤ ਹੋਇਆ, ਸਤਿਗੁਰ ਦੇ ਸਨਮੁਖ ਅਕਾਲ ਪੁਰਖ ਪ੍ਰਮਾਤਮਾ ਵੱਲੋਂ ਹੁਕਮ ਹੋਇਆ ਕਿ ਚੌਥੇ ਪੁੱਤਰ ਦੀ ਪ੍ਰਾਪਤੀ ਹੋਣ ਲੱਗੀ। ਬੜੀ ਭਾਵਨਾ ਦੇ ਨਾਲ ਸੇਵਾ ਕਰਦੇ ਨੇ ਮਾਤਾ ਜੀਤੋ ਜੀ। ਉਸ ਵੇਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਪਦੇਸ਼ ਦਿੱਤਾ, ਸੰਗਤ ਵਿੱਚੋਂ ਸੰਗਤੇ, ਕਿਸੇ ਪ੍ਰਕਾਰ ਕੋਈ ਮਨੁੱਖ ਦੇ ਮਨ ਦੀ ਭਾਵਨਾ ਹੋਵੇ ਨਾ ਕਿਸੇ ਵਸਤ ਦੀ ਪ੍ਰਾਪਤੀ ਕਰਨ ਦੀ, ਗੁਰਮਤਿ ਅਨੁਸਾਰ ਉਹ ਸਤਿਗੁਰ ਦੀ ਸੇਵਾ ਦੇ ਵਿੱਚ ਜੁਟ ਜਾਵੇ, ਸਤਿਗੁਰ ਦੀ ਸੇਵਾ ਨੂੰ ਪ੍ਰਾਪਤ ਕਰ ਲਵੇ। ਸੇਵਾ ਦੇ ਵਿੱਚੋਂ ਮੇਵਾ ਦੇ ਰੂਪ ਦੇ ਅੰਦਰ ਉਹ ਵਸਤ ਪ੍ਰਾਪਤ ਜ਼ਰੂਰ ਹੋਵੇਗੀ। ਸਤਿਗੁਰੂ ਜੀ ਜ਼ਰੂਰ ਕਿਰਪਾ ਕਰਨਗੇ, ਕੋਈ ਘਾਟ ਨਹੀਂ ਛੱਡਦੇ ਫਿਰ ਸਤਿਗੁਰ ਜੀ। ਹੁਣ ਮਾਤਾ ਜੀਤੋ ਜੀ ਸਤਿਗੁਰ ਦੇ ਸਨਮੁਖ ਸਿੱਖਾਂ ਦੀ, ਸੇਵਕਾਂ ਦੀ, ਸੰਗਤਾਂ ਦੀ ਸੇਵਾ ਭਾਵਨਾ ਦੇ ਨਾਲ ਕਰਦੇ ਨੇ। ਆਪਣੇ ਪਤੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਅਕਾਲ ਪੁਰਖ ਪ੍ਰਮਾਤਮਾ ਦਾ ਰੂਪ ਜਾਣਦੇ ਹੋਏ ਭਾਵਨਾ ਦੇ ਨਾਲ ਸੇਵਾ ਕਰਦੇ ਨੇ। ਇੱਕ ਪਤੀ ਵਰਤਾ ਦਾ ਫਰਜ਼ ਅਦਾ ਕਰਦੇ ਨੇ ਮਾਤਾ ਜੀਤੋ ਜੀ, ਜ਼ਿੰਮੇਵਾਰੀ ਨਿਭਾ ਰਹੇ ਨੇ। ਸਤਿਗੁਰ ਦੀ ਕਿਰਪਾ ਰਹਿਮਤ ਵਰਦੀ ਸਮਾਂ ਬਤੀਤ ਹੁੰਦਾ ਗਿਆ। ਇਦਾਂ ਸੇਵਾ ਭਾਵਨਾ ਦੇ ਨਾਲ ਜਦੋਂ ਸਤਿਗੁਰ ਦੀ ਬਖਸ਼ਿਸ਼ ਰਹਿਮਤ ਹੋਣਾ ਕੀਤੀ, ਹੁਣ 3 ਪੁੱਤਰਾਂ ਦੀ ਪ੍ਰਾਪਤੀ ਮਾਤਾ ਜੀਤੋ ਨੂੰ ਹੋਣ ਲੱਗੀ। ਤੀਜੇ ਪੁੱਤਰ ਦੀ ਵੀ 4 ਸਾਹਿਬਜ਼ਾਦੇ ਹੋ ਜਾਣੇ। ਇੱਕ ਤੇ ਬੇਨਤੀ ਕੀਤੀ ਨਾ ਕਿ ਮਾਤਾ ਸੁੰਦਰ ਜੀ, ਉਹਨਾਂ ਦੇ ਕੁੱਖ ਦੇ ਵਿੱਚੋਂ ਵੱਡੇ ਪੁੱਤਰ ਨੇ ਜਨਮ ਪ੍ਰਾਪਤ ਕੀਤਾ, ਤੇ 3 ਪੁੱਤਰ ਮਾਤਾ ਜੀਤੋ ਜੀ ਦੇ ਕੁੱਖ ਦੇ ਵਿੱਚੋਂ ਉਹਨਾਂ ਨੇ ਜਨਮ ਪ੍ਰਾਪਤ ਕੀਤਾ। 2 ਤੇ ਪੁੱਤਰਾਂ ਨੇ ਜਨਮ ਪ੍ਰਾਪਤ ਕਰ ਲਿਆ। ਹੁਣ ਤੀਜੇ ਪੁੱਤਰ ਦੀ ਮਾਤਾ ਜੀਤੋ ਜੀ ਦੇ ਕੁੱਖ ਦੇ ਵਿੱਚੋਂ ਪ੍ਰਾਪਤੀ ਹੋਣ ਲੱਗੀ ਹੈ। ਸਮਾਂ ਬਤੀਤ ਹੁੰਦਾ ਗਿਆ। ਉਸ ਵੇਲੇ ਗੁਰੂ ਪਿਆਰਿਓ, ਜਦੋਂ ਸਮਾਂ ਪੂਰਨ ਤੌਰ ਤੇ ਮੁਕੰਮਲ ਹੋ ਗਿਆ, 9 ਮਹੀਨੇ ਉਪਰੰਤ ਫੱਗਣ ਸੁਦੀ ਦਾ ਬੁੱਧਵਾਰ ਦਿਨ ਪ੍ਰਾਪਤ ਹੋਇਆ। ਉਸ ਸਮੇਂ ਸੰਮਤ 1755 ਬਿਕਰਮੀ ਬੀਤ ਰਹੀ ਸੀ, ਤੇ ਗੁਰੂ ਜੀ ਦੇ ਗ੍ਰਹਿ ਵਿਖੇ ਹੁਣ ਚੌਥੇ ਪੁੱਤਰ ਦਾ ਜਨਮ ਪ੍ਰਾਪਤ ਹੋਇਆ। ਫਿਰ ਨਵੇਂ ਬਾਲਕ ਦੀ ਵਧਾਈ ਹੋਣਾ ਕੀਤੀ। ਇਕਾਦਸ਼ੀ ਦੀ ਥਿਤ ਵੱਡਾ ਉਤਸਵ ਪ੍ਰਾਪਤ ਹੋਇਆ। ਉਸ ਸਮੇਂ ਕਹਿੰਦੇ ਨਖੱਤਰ ਅਨੁਰਾਧਾ ਸੀ। 3 ਪੁੱਤਰ ਮਾਤਾ ਜੀਤੋ ਜੀ ਦੇ ਸਨ। ਤਿੰਨਾਂ ਅਗਨੀਆਂ ਦਾ ਰੂਪ ਬਹੁਤ ਕਹਿੰਦੇ ਪ੍ਰਕਾਸ਼ ਦਾ ਸੀ। ਕਰਮ ਕਾਂਡ ਨੇ 6 ਅਗਨੀਆਂ ਮੰਨੀਆਂ ਨੇ, ਪਰ ਸਤਿਗੁਰੂ ਜੀ ਦੇ ਗ੍ਰਹਿ ਵਿਖੇ ਕਹਿੰਦੇ 3 ਅਗਨੀਆਂ ਮੰਨੀਆਂ ਗਈਆਂ ਨੇ। ਗ੍ਰਹਪਤੇ, ਅਵਾਨੀ, ਦਰਸ਼, ਨਾਗਨੀ, ਇਹ 3 ਅਗਨੀਆਂ ਮੰਨੀਆਂ ਗਈਆਂ ਨੇ ਸਤਿਗੁਰ ਦੇ ਗ੍ਰਹਿ ਵਿਖੇ। ਉਹਨਾਂ ਤਿੰਨੋਂ ਅਗਨੀਆਂ ਦਾ ਰੂਪ ਧਾਰਨ ਕਰਕੇ ਸਤਿਗੁਰ ਦੇ ਗ੍ਰਹਿ ਵਿਖੇ ਇਹਨਾਂ ਪੁੱਤਰਾਂ ਨੇ ਜਨਮ ਪ੍ਰਾਪਤ ਕੀਤਾ। ਤੇ ਸਤਿਗੁਰ ਦੇ ਗ੍ਰਹਿ ਵਿਖੇ ਇਦਾਂ ਦੀ ਬਖਸ਼ਿਸ਼ ਰਹਿਮਤ ਵਰਤੀ। ਹੁਣ ਥਾਂ ਥਾਂ ਤੇ ਦੁਆਰਾ ਫੇਰ ਕਹਿੰਦੇ ਚੌਥੇ ਵਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਗ੍ਰਹਿ ਵਿਖੇ ਖੁਸ਼ੀਆਂ ਦਾ ਸਮਾਂ ਬਣਨਾ ਕੀਤਾ। ਸਭ ਤੋਂ ਛੋਟੇ, ਸਭ ਤੋਂ ਲਾਡਲੇ, ਸਭ ਤੋਂ ਕੋਮਲ, ਸਭ ਤੋਂ ਸੂਖਮ, ਬੜੇ ਪਿਆਰੇ, ਛੋਟੀ ਜੀ ਅਵਸਥਾ ਦੇ ਬਾਬਾ ਫਤਿਹ ਸਿੰਘ ਜੀ, ਉਹਨਾਂ ਨੇ ਜਨਮ ਪ੍ਰਾਪਤ ਕੀਤਾ ਹੈ। ਤੇ ਗੁਰੂ ਪਿਆਰਿਓ, ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਗ੍ਰਹਿ ਵਿਖੇ ਬਾਬਾ ਫਤਿਹ ਸਿੰਘ ਜੀ ਨੇ ਜਦੋਂ ਜਨਮ ਪ੍ਰਾਪਤ ਕੀਤਾ, ਥਾਂ ਥਾਂ ਤੇ ਖੁਸ਼ੀਆਂ ਬਣਨਾ ਕੀਤੀਆਂ। ਸੰਗਤਾਂ ਨੇ ਉਸੇ ਤਰ੍ਹਾਂ ਵਧਾਈਆਂ ਦਿੱਤੀਆਂ, ਖੁਸ਼ੀਆਂ ਦੇ ਗੀਤ ਗਾਏ ਗਏ, ਛੈਨਾਈਆਂ ਵੱਜੀਆਂ। ਸਤਿਗੁਰ ਦੇ ਗ੍ਰਹਿ ਵਿਖੇ ਗੁਰਬਾਣੀ ਦੇ ਪ੍ਰਵਾਹ ਚੱਲੇ, ਕੀਰਤਨ ਗਾਇਨ ਕੀਤੇ ਗਏ ਨੇ। ਸਤਿਗੁਰ ਦੇ ਗ੍ਰਹਿ ਵਿਖੇ ਅਕਾਲ ਪੁਰਖ ਪਰਮਾਤਮਾ ਦਾ ਧੰਨਵਾਦ ਕੀਤਾ ਗਿਆ।
ਹੁਣ 4 ਪੁੱਤਰਾਂ ਦੀ ਪ੍ਰਾਪਤੀ ਹੋ ਗਈ। 4 ਪੁੱਤਰ ਪ੍ਰਾਪਤ ਕੀਤੇ। ਉਸ ਵਕਤ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਵਿਚਾਰ ਕੀਤੀ। ਹੁਣ ਕਹਿੰਦੇ 4 ਪੁੱਤਰ ਪ੍ਰਾਪਤ ਹੋਏ, ਪ੍ਰਮਾਤਮਾ ਵੱਲੋਂ ਹੁਕਮ ਸੀ, ਦੁਰਦਰਗਾਹ ਤੋਂ ਲੇਖ ਸੀ 4 ਪੁੱਤਰਾਂ ਦੀ ਪ੍ਰਾਪਤੀ ਦਾ। ਹੁਣ ਉਸ ਤੋਂ ਉਪਰੰਤ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵਿਚਾਰ ਕੀਤੀ, ਕਹਿੰਦੇ 4 ਪੁੱਤਰ ਪ੍ਰਾਪਤ ਹੋ ਗਏ। ਹੁਣ ਖਾਲਸਾ ਪੰਥ ਦੇ ਵੱਖਰੇ ਵੱਡੇ ਕਾਰਜ ਨੂੰ ਸੰਪੰਨ ਕਰਨ ਦੀ ਵਿਚਾਰ ਕਰਨ ਲੱਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ। ਉੱਥੇ ਜਿੱਥੇ ਹੁਣ ਖੁਸ਼ੀਆਂ ਵੰਡਣਾ ਕੀਤੀਆਂ, ਵਧਾਈਆਂ ਦੇਣੀਆਂ ਸ਼ੁਰੂ ਹੋਈਆਂ ਨੇ ਸਤਿਗੁਰ ਦੇ ਗ੍ਰਹਿ ਵੇਖੇ। ਉੱਥੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵੱਖਰਾ ਪੰਥ ਸਜਾਉਣ ਦੀ ਮਨ ਦੇ ਵਿੱਚ ਵਿਚਾਰ ਕਰਨ ਲੱਗੇ ਨੇ। ਅਕਾਲ ਪੁਰਖ ਪ੍ਰਮਾਤਮਾ ਦੇ ਸਨਮੁਖ ਰੋਜ਼ਾਨਾ ਬੇਨਤੀ ਕਰਦੇ ਨੇ, ਐ ਵਾਹਿਗੁਰੂ ਜੀ ਇਦਾਂ ਦੇ ਪੰਥ ਸਜਾਉਣ ਦੀ ਰਚਨ ਦੀ ਆਗਿਆ ਪ੍ਰਦਾਨ ਕਰੋ, ਜਿਹੜਾ ਪੰਥ ਸੰਸਾਰ ਦੇ ਵਿੱਚੋਂ ਵੱਖਰਾ ਹੋਵੇ, ਜਿਹੜੇ ਪੰਥ ਦੇ ਵਿੱਚ ਵੱਖਰੀ ਪ੍ਰਾਪਤੀ ਹੋਵੇ, ਵੱਖਰਾ ਰੰਗ ਰੂਪ, ਵੱਖਰੇ ਵਿਚਾਰ ਪ੍ਰਾਪਤ ਹੋਣ। ਸੰਸਾਰ ਦੇ ਵਿੱਚ ਕੋਈ ਇਦਾਂ ਦੀ ਵਿਚਾਰ ਦੀ ਹੋਵੇ ਨਾ, ਕੋਈ ਰਲੇ ਨਾ ਮਿਲੇ ਨਾ ਮਿਕਸ ਨਾ ਹੋਵੇ, ਬਸ ਇੱਕ ਵੱਖਰੀ ਵਿਚਾਰ ਹੋਵੇ। ਉਸ ਵਕਤ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਅਕਾਲ ਪੁਰਖ ਪਰਮਾਤਮਾ ਦੇ ਚਰਨਾਂ ਵਿੱਚ ਇਦਾਂ ਬੇਨਤੀਆਂ ਕਰਦੇ ਤੇ ਨਾਲ ਦੀ ਨਾਲ ਬਾਬਾ ਫਤਿਹ ਸਿੰਘ ਜੀ ਦੇ ਜਨਮ ਦੇ ਸੰਬੰਧ ਵਿੱਚ ਸੰਗਤਾਂ ਦੂਰੋਂ ਦੂਰੋਂ ਆ ਕੇ ਇਕੱਤਰ ਹੁੰਦੀਆਂ। ਮਾਂ ਗੁਜਰੀ ਜੀ ਨੂੰ, ਉਸ ਵੇਲੇ ਦਾਦੀ ਗੁਜਰੀ ਜੀ ਨੂੰ, ਮਾਂ ਜੀਤੋ ਜੀ ਨੂੰ ਵਧਾਈਆਂ ਦਿੰਦੇ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਵਧਾਈਆਂ ਦਿੰਦੇ ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬੜੇ ਪਿਆਰ ਦੇ ਵਿੱਚ ਸੰਗਤਾਂ ਨੂੰ ਵੱਡੇ ਪੱਧਰ ਤੇ ਉਸ ਵਕਤ ਇਦਾਂ ਧਨ ਦੌਲਤ ਵਰਤਾਉਂਦੇ ਨੇ, ਲਟਾਉਂਦੇ ਨੇ ਕਿ ਉਹ ਜਿਹੜੇ ਗਰੀਬ ਪਰਿਵਾਰ, ਲੋੜਵੰਦ ਲੋਕ ਇਸ ਬਹਾਨੇ ਧਨ ਦੌਲਤ ਪ੍ਰਾਪਤ ਕਰਕੇ ਆਪਣੀ ਗਰੀਬੀ ਦੂਰ ਕਰਦੇ ਨੇ। ਚੰਗਾ ਉਹਨਾਂ ਦਾ ਨਿਰਵਾਹ ਹੋਣਾ ਸ਼ੁਰੂ ਹੋ ਗਿਆ ਤੇ ਸਤਿਗੁਰ ਦੀ ਕਿਰਪਾ ਰਹਿਮਤ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਇਦਾਂ ਵਰਤਣਾ ਕੀਤੀ ਹੈ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦਸਮ ਪਾਤਸ਼ਾਹ, ਉਸ ਵੇਲੇ ਸਤਿਗੁਰ ਨੇ ਕਿਰਪਾ ਕੀਤੀ, ਬਖਸ਼ਿਸ਼ ਕੀਤੀ ਹੈ। ਥਾਂ ਥਾਂ ਤੇ ਆਨੰਦ ਮੰਗਲ ਵੰਡਣਾ ਕੀਤੇ। ਇਦਾਂ ਸਤਿਗੁਰ ਦੀ ਕਿਰਪਾ ਵਰਤੀ। ਕਵੀ ਸੰਤੋਖ ਸਿੰਘ ਜੀ ਲਿਖਦੇ ਆ, ਕਹਿੰਦੇ ਜਿਉਂ-ਜਿਉਂ ਸਤਿਗੁਰ ਦੀ ਕਿਰਪਾ ਰਹਿਮਤ ਵਰਤਦੀ ਹੈ, ਤਿਉਂ-ਤਿਉਂ ਸਿੱਖ ਸੰਗਤਾਂ ਦੂਰੋਂ ਦੂਰੋਂ ਸੁਣ ਕੇ ਸਤਿਗੁਰ ਦੀ ਮਹਿਮਾ ਆਟੋਮੈਟਿਕਲੀ ਹਿਰਦੇ ਵਿੱਚ ਖਿੱਚ ਪੈਦਾ ਕਰਕੇ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਪਧਾਰ ਰਹੇ ਨੇ, ਪਹੁੰਚ ਰਹੇ ਨੇ। ਹੁਣ ਕੋਈ ਵੀ ਮਨੁੱਖ ਸਤਿਗੁਰ ਦੀ ਕਿਰਪਾ ਰਹਿਮਤ ਤੋਂ ਵਾਂਝਾ ਨਹੀਂ ਰਹਿਣਾ ਚਾਹੁੰਦਾ, ਕਿਉਂਕਿ ਸਮਾਂ ਪ੍ਰਾਪਤ ਹੋਇਆ, ਉਹ ਆਪਣੇ ਆਪ ਨੂੰ ਕੋਸਦੇ ਨੇ, ਜਿੰਦੜੀਏ ਸਮਾਂ ਪ੍ਰਾਪਤ ਹੋਇਆ ਸਤਿਗੁਰ ਦੇ ਚਰਨਾਂ ਵਿੱਚ ਜੁੜਨ ਦਾ, ਵਾਰੀ ਪ੍ਰਾਪਤ ਹੋਈ ਸਤਿਗੁਰ ਦੇ ਚਰਨਾਂ ਦੀ ਪ੍ਰਾਪਤੀ ਕਰਨ ਦੀ। ਕਦੇ ਜਾਇਆ ਨਾ ਬਿਰਥਾ ਗਵਾ ਲਈਏ। ਆਪਣੇ ਆਪ ਨੂੰ ਹਿਰਦੇ ਵਿੱਚੋਂ ਪ੍ਰੇਰਿਤ ਕਰਕੇ ਸਤਿਗੁਰ ਦੇ ਸਨਮੁਖ ਜੁੜਦੇ ਨੇ। ਉਹ ਕਹਿੰਦੇ ਕੀ ਪਤਾ ਸਵਾਸਾਂ ਦਾ ਕਦੋਂ ਸਰੀਰ ਵਿੱਚੋਂ ਖਤਮ ਹੋ ਜਾਣੇ, ਨਿਕਲ ਜਾਣੀ, ਜਿੰਦੜੀ ਕਦੋਂ ਭੌਰਾ ਬਣ ਕੇ ਉਡਾਰੀ ਮਾਰ ਜਾਵੇ, ਕੋਈ ਪਤਾ ਨਹੀਂ। ਇਸ ਕਰਕੇ ਸਤਿਗੁਰ ਦੇ ਸਨਮੁਖ ਜੁੜਨ ਵਾਸਤੇ ਕਦਾਚਿਤ ਦੇਰੀ ਨਹੀਂ ਲਾਉਣਾ ਚਾਹੁੰਦੇ, ਕਿਉਂਕਿ ਸ਼ੁਭ ਕਰਮ ਕਰਨ ਵਾਸਤੇ ਦੇਰੀ ਨਾ ਲਾਈਏ ਤਾਂ ਚੰਗਾ। ਉਸੇ ਵਕਤ ਉਹ ਕਾਰਜ ਨੂੰ ਸਿਰੇ ਚਾੜਨ ਵਾਸਤੇ ਜੁੜ ਜਾਣਾ ਚਾਹੀਦਾ, ਇਕੱਤਰ ਹੋ ਜਾਣਾ ਚਾਹੀਦਾ। ਸਤਿਗੁਰੂ ਜੀ ਕਿਰਪਾ ਕਰ ਦਿੰਦੇ ਨੇ। ਹੁਣ ਕਵੀ ਸੰਤੋਖ ਸਿੰਘ ਜੀ ਲਿਖਦੇ ਆ, ਇਸੇ ਸੰਬੰਧ ਵਿੱਚ ਵੱਡੇ ਪੱਧਰ ਤੇ ਉਹ ਸੰਗਤਾਂ ਦੂਰੋਂ ਦੂਰੋਂ ਚੱਲ ਕੇ ਸਤਿਗੁਰ ਦੇ ਗ੍ਰਹਿ ਵਿਖੇ ਪਧਾਰ ਰਹੀਆਂ, ਪਹੁੰਚ ਰਹੀਆਂ ਨੇ। ਕਿਸੇ ਪ੍ਰਕਾਰ ਕੋਈ ਮਨੁੱਖ ਕੇ ਪਿੱਛੇ ਹਟਣਾ ਨਹੀਂ ਚਾਹੁੰਦਾ, ਕਿਉਂਕਿ ਸਤਿਗੁਰੂ ਗੁਰੂ ਨਾਨਕ ਦੇ ਦਰਕਾਰ ਦੇ ਭੰਡਾਰੇ ਖੁੱਲੇ ਹੋਣ ਤੇ ਕੋਈ ਮਨੁੱਖ ਉਸ ਭੰਡਾਰੇ ਦੀ ਪ੍ਰਾਪਤੀ ਕਰਨ ਵਾਸਤੇ ਆਲਸ ਕਰੇ ਤੇ ਇਹਦੇ ਵਿੱਚ ਉਹ ਮਨੁੱਖ ਦੇ ਮਾੜੇ ਕਰਮ ਹੋ ਹੀ ਨਹੀਂ ਸਕਦੇ, ਕਿਉਂਕਿ ਮਾੜੇ ਕਰਮਾਂ ਦੀ ਨਿਸ਼ਾਨੀ ਹੈ। ਸਤਿਗੁਰ ਜੀ 13-13 ਕਹਿ ਕੇ ਮੋਦੀ ਖਾਨੇ ਵਿੱਚੋਂ ਲੁਟਾਈ ਜਾਣ, ਗੁਰੂ ਨਾਨਕ ਦੇ ਦਰਕਾਰ ਵਿੱਚੋਂ ਲੁਟਾਈ ਜਾਣ, ਤੇ ਉਸ ਵਕਤ ਉਸ ਮਨੁੱਖ ਦੇ ਮਾੜੇ ਕਰਮ ਨੇ
ਮੰਦ ਕਰਮ ਨੇ ਜਿਹੜਾ ਆਪਣੇ ਆਪ ਪ੍ਰੇਰਿਤ ਹੋ ਕੇ ਸਤਿਗੁਰ ਦੇ ਸਨਮੁਖ ਪਹੁੰਚੇ, 9 ਬਖਸ਼ਿਸ਼ਾਂ ਰਹਿਮਤਾਂ ਪ੍ਰਾਪਤ ਕਰਨ ਵਾਸਤੇ। ਤੇ ਜਿਹੜੇ ਪਹੁੰਚ ਗਏ ਨੇ ਚੰਗੇ ਕਰਮਾਂ ਵਾਲੇ, ਭਾਗਾਂ ਵਾਲੇ, ਉਹ ਲੁੱਟ ਕੇ ਵੀ ਲੈ ਗਏ, ਪ੍ਰਾਪਤ ਕਰਕੇ ਵੀ ਲੈ ਗਏ ਨੇ। ਸਤਿਗੁਰ ਦੀ ਕਿਰਪਾ ਰਹਿਮਤ ਹੋ ਗਈ, ਉਹਨਾਂ ਦੀਆਂ ਪੁਸਤਾਂ, ਉਹਨਾਂ ਦੀਆਂ ਪੀੜ੍ਹੀਆਂ ਸਤਿਗੁਰ ਦੀ ਕਿਰਪਾ ਰਹਿਮਤ ਦੇ ਨਾਲ ਨਿਵਾਜੀਆਂ ਗਈਆਂ। ਸਤਿਗੁਰ ਦੀ ਕਿਰਪਾ ਰਹਿਮਤ ਬਣ ਗਈ ਉਹਨਾਂ ਦੇ ਗ੍ਰਹਿ ਵਿਖੇ, ਉਹਨਾਂ ਦੇ ਦਰ ਘਰ ਵਿਖੇ ਸਤਿਗੁਰ ਨੇ ਬਖਸ਼ਿਸ਼ਾਂ ਵਰਤਾ ਦਿੱਤੀਆਂ। ਤੇ ਗੁਰੂ ਪਿਆਰਿਓ, ਜਿੱਥੇ ਸਤਿਗੁਰ ਦੀ ਕਿਰਪਾ ਰਹਿਮਤ ਵਰਤਣੀ ਸ਼ੁਰੂ ਹੋ ਜਾਵੇ, ਉਹ ਕਈ ਪੀੜ੍ਹੀਆਂ ਤੱਕ ਸਤਿਗੁਰ ਦੀ ਉਦਾਂ ਬਖਸ਼ਿਸ਼ ਰਹਿਮਤ ਵਰਤਦੀ ਰਹਿੰਦੀ ਹੈ, ਸਤਿਗੁਰ ਦੀ ਕਿਰਪਾ ਵਰਤਦੀ ਰਹਿੰਦੀ ਹੈ। ਤੇ ਇਦਾਂ ਸਤਿਗੁਰ ਜੀ ਕਿਰਪਾ ਕਰ ਦਿੰਦੇ ਨੇ। ਹੁਣ ਉਸ ਵੇਲੇ ਸੰਗਤਾਂ ਪ੍ਰੇਰਿਤ ਹੋ ਕੇ ਸਤਿਗੁਰ ਦੀ ਮਹਿਮਾ ਸੁਣ ਕੇ ਆਟੋਮੈਟਿਕਲੀ ਉਹ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚ ਰਹੀਆਂ ਨੇ। ਖੁਸ਼ੀਆਂ ਦੇ ਗੀਤ ਗਾਏ ਜਾ ਰਹੇ ਨੇ, ਆਨੰਦ ਮੰਗਲ ਬਣੇ ਹੋਏ ਨੇ। ਤੇ ਮੈਂ ਇੱਥੇ ਵੀ ਬੇਨਤੀ ਕਰਦੇ, ਮੈਂ ਇਹਨਾਂ ਖੁਸ਼ੀਆਂ ਨੂੰ, ਇਹਨਾਂ ਆਨੰਦ ਮੰਗਲਾਂ ਨੂੰ ਬਹੁਤਾ ਸਮਾਂ ਚੱਲਣ ਨਹੀਂ ਦਿੱਤਾ ਜਾਣਾ ਪਾਪੀਆਂ ਵੱਲੋਂ। ਕਿਉਂਕਿ ਜਦੋਂ ਕੋਈ ਖੁਸ਼ੀ ਬਣੀ ਹੋਵੇ, ਕੋਈ ਆਨੰਦ ਬਣਿਆ ਹੋਵੇ, ਉਹਨੂੰ ਨਜ਼ਰ ਲੱਗਣ ਲੱਗਿਆਂ ਦੇਰੀ ਨਹੀਂ ਲੱਗਦੀ, ਉਹਨੂੰ ਉਹਦੇ ਵਿੱਚ ਰੁਕਾਵਟ ਬਣਨ ਲੱਗਿਆਂ ਦੇਰੀ ਨਹੀਂ ਲੱਗਦੀ। ਤੇ ਸੰਸਾਰ ਦੀ ਜਿਹੜੀ ਮਾੜੀ ਨੀਅਤ ਹੈ, ਖੋਟੀ ਨਿਗਾਹ ਹੈ, ਉਸ ਉੱਤੇ ਪ੍ਰਭਾਵ ਪਾ ਹੀ ਦਿੰਦੀ ਹੈ। ਤੇ ਦਾ ਸਮਾਂ ਬਤੀਤ ਹੁੰਦਾ ਗਿਆ। ਆਪਾਂ ਅੱਗੇ ਜਾ ਕੇ ਸਰਵਣ ਕਰਾਂਗੇ ਨਾ ਕਿ ਕਿਵੇਂ ਕਰਕੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਗ੍ਰਹਿ ਵਿਖੇ ਇਹਨਾਂ ਖੁਸ਼ੀਆਂ ਨੂੰ ਨਜ਼ਰਾਂ ਲੱਗੀਆਂ। ਉਸ ਵਕਤ ਪਾਪੀ ਅਪਰਾਧੀ ਲੋਕਾਂ ਨੇ ਇਹਨਾਂ ਖੁਸ਼ੀਆਂ ਨੂੰ ਕਿਵੇਂ ਬਰਦਾਸ਼ਤ ਨਾ ਕੀਤਾ। ਆਪੋ ਦਾ ਮਹੀਨਾ ਪ੍ਰਾਪਤ ਹੋਵੇਗਾ, ਉਸ ਮਹੀਨੇ ਵਿੱਚ ਆਪਾਂ ਸਾਰਾ ਹਾਲ ਵਰਣਨ ਕਰਾਂਗੇ, ਕਿਵੇਂ ਕਰਕੇ ਇਹਨਾਂ ਖੁਸ਼ੀਆਂ ਨੂੰ ਦਾਗ ਲੱਗ ਗਏ। ਇਹਨਾਂ ਖੁਸ਼ੀਆਂ ਦੇ ਉੱਤੇ ਪਾਪੀਆਂ ਦੀ ਮਾੜੀ ਨੀਅਤ ਨੇ, ਖੋਟੀ ਨੀਅਤ ਨੇ ਪ੍ਰਭਾਵ ਪਾਇਆ। ਕਿਵੇਂ ਸਤਿਗੁਰ ਦੇ ਗ੍ਰਹਿ ਹੱਸਦੇ ਵਸਦੇ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਨਜ਼ਰਾਂ ਲੱਗ ਗਈਆਂ ਪਾਪੀਆਂ ਦੀਆਂ। ਕਿਵੇਂ ਵਿਚਾਰਾਂ ਹੋਈਆਂ, ਅੱਗੇ ਸਮਾਂ ਆਪਾਂ ਪ੍ਰਾਪਤ ਕਰਦੇ ਜਾਵਾਂਗੇ। ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਨਮੁਖੇ ਜਿਹੜੀਆਂ ਖੁਸ਼ੀਆਂ, ਉਹ ਪਾਪੀਆਂ ਤੋਂ ਬਰਦਾਸ਼ਤ ਨਹੀਂ ਹੋਣਗੀਆਂ। ਕਿਉਂਕਿ ਜਦੋਂ ਆਮ ਤੌਰ ਤੇ ਦੇਖਦੇ ਆ, ਕੋਈ ਮਨੁੱਖ ਆਪਾਂ ਦੇਖਦੇ ਆ ਨਾ, ਆਮ ਸੰਸਾਰ ਦੇ ਲੋਕ, ਕਿਸੇ ਦੇ ਗ੍ਰਹਿ ਵਿਖੇ ਚੰਗੀ ਖੁਸ਼ੀ ਬਣੀ ਹੋਵੇ, ਚੰਗਾ ਪਰਿਵਾਰ ਹੱਸਦਾ ਵਸਦਾ ਹੋਵੇ, ਤੇ ਆਮ ਜਿਹੜੇ ਸੰਸਾਰ ਵਿੱਚ ਪਾਪੀ ਲੋਕ ਆ, ਉਹਨਾਂ ਦੇ ਮਨ ਵਿੱਚ ਤਕਲੀਫ ਆਉਂਦੀ ਕਿ ਮਨੁੱਖ ਹੱਸਦਾ ਵਸਦਾ ਕਿਉਂ ਹੈ, ਦੁੱਖਾਂ ਦੀ ਪ੍ਰਾਪਤੀ ਕਿਉਂ ਨਹੀਂ ਕਰਦਾ, ਇਸ ਮਨੁੱਖ ਦੇ ਦੁੱਖ ਕਿਉਂ ਨਹੀਂ। ਉਹ ਇਦਾਂ ਦੀ ਵਿਚਾਰ ਦੇ ਨਾਲ, ਮਾੜੀ ਨੀਅਤ ਦੇ ਨਾਲ ਪ੍ਰਗਟ ਹੁੰਦਾ, ਤੇ ਆਪਣਾ ਪ੍ਰਭਾਵ ਉਹਦੀ ਮਾੜੀ ਨੀਅਤ ਦਾ ਉਸ ਪ੍ਰਭਾਵ ਤੇ ਪੈ ਹੀ ਜਾਂਦਾ, ਪਰਿਵਾਰ ਤੇ ਸੰਸਾਰ ਦੇ ਵਿੱਚ ਕਹਿੰਦੇ ਪਰ ਸੁੱਖ ਨੂੰ ਦੁੱਖ ਵਿੱਚ ਤਬਦੀਲ ਹੁੰਦਿਆਂ ਦੇਰੀ ਨਹੀਂ ਲੱਗਦੀ। ਤੇ ਸਤਿਗੁਰੂ ਕਿਰਪਾ ਕਰਦੇ ਹੁਣ ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਗ੍ਰਹਿ ਵਿਖੇ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਆਨੰਦ ਬਣੇ ਹੋਏ ਨੇ, ਖੁਸ਼ੀਆਂ ਬਣੀਆਂ ਹੋਈਆਂ। ਜਿਹੜੇ ਪਾਪੀ, ਉਹਨਾਂ ਤੋਂ ਬਰਦਾਸ਼ਤ ਕਿੱਥੇ ਹੁੰਦਾ, ਭਾਵ ਨਹੀਂ। ਉਹਦੇ ਚਾਹੁੰਦੇ ਨੇ ਕਿ ਅਸੀਂ ਦੁੱਖ ਦੇ ਵਿੱਚ ਫਲਾਣਾ ਦੁੱਖ ਵੀ ਭੋਗੇ ਤਾਂ ਚੰਗਾ, ਪਰ ਇਹ ਕਦਾਚਿਤ ਵੀ ਨਹੀਂ ਸੋਚਿਆ ਕਿ ਸਤਿਗੁਰ ਦੀ ਕਿਰਪਾ ਉਹਨੇ ਪ੍ਰਾਪਤ ਕੀਤੀ ਹੈ। ਜਿਹੜੇ ਗੁਰੂ ਨਾਨਕ ਦੇ ਦਰਕਾਰ ਦੇ ਨਾਲੋਂ ਜੁੜ ਕੇ ਉਹਨੇ ਖੁਸ਼ੀਆਂ ਪ੍ਰਾਪਤ ਕੀਤੀਆਂ, ਮੈਨੂੰ ਵੀ ਉੱਥੋਂ ਪ੍ਰਾਪਤ ਹੋ ਜਾਣ ਤਾਂ ਚੰਗਾ, ਕਦੇ ਕਿਸੇ ਨੇ ਨਹੀਂ ਸੋਚਿਆ। ਸੰਸਾਰ ਦੇ ਵਿੱਚ ਮਨੁੱਖ ਦੀ ਜਿਹੜੀ ਵਿਚਾਰ ਹੈ, ਉਹ ਸਦੀਵ ਕਾਲੀ ਇਦਾਂ ਦੀ ਰਹੀ ਹੈ, ਦੁੱਖ ਦੇਣ ਦੀ। ਤੇ ਮੈਂ ਇੱਥੇ ਵੀ ਬੇਨਤੀ ਕਰਾਂ, ਜੇ ਦੁੱਖ ਦਿੰਨੇ ਆ ਤੇ ਦੁੱਖ ਮਿਲੇਗਾ, ਸੁੱਖ ਦਿੰਨੇ ਆ ਸੁੱਖ ਮਿਲੇਗਾ। ਸਤਿਗੁਰੂ ਜੀ ਕਹਿੰਦੇ ਨੇ ਕਿਸੇ ਮਨੁੱਖ ਦਾ, ਆਪੋਜਿਟ ਮਨੁੱਖ ਦਾ ਵਿੱਚ ਕਿਸੇ ਪ੍ਰਕਾਰ ਕੋਈ ਘਾਟਾ ਨਹੀਂ ਹੈ। ਜੇ ਘਾਟਾ ਉਹਨੂੰ ਹੈ ਜਿਹਨੇ ਮਨੁੱਖ ਨੇ ਮਾੜੀ ਨੀਅਤ ਪ੍ਰਗਟ ਕੀਤੀ। ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਭਾਵੇਂ ਅਨੰਦਪੁਰ ਦੀ ਧਰਤੀ ਦਾ ਕਿਲਾ ਛੱਡਣਾ ਪੈ ਗਿਆ, ਪਰ ਪਾਪੀ ਔਰੰਗਜ਼ੇਬ ਬਾਦਸ਼ਾਹ ਨੇ ਆਪਣੇ ਆਪ ਦੇ ਵਿੱਚ ਵਿਚਾਰ ਕੀਤੀ, ਮੈਂ ਬਹੁਤ ਵੱਡਾ ਕਾਰਜ ਕੀਤਾ, ਬੜਾ ਖੁਸ਼ੀ ਹੈ।
ਜਿਹੜਾ ਦੁੱਖ ਉਹਨੂੰ ਪ੍ਰਾਪਤ ਹੋਇਆ ਬਸੰਗਤ ਦੇ ਸਨਮੁਖ ਹੈ, ਪ੍ਰੈਕਟੀਕਲ ਰੂਪ ਹੈ, ਕੋਈ ਗੱਲ ਲੁਕੀ ਛੁਪੀ ਨਹੀਂ। ਔਰੰਗਜ਼ੇਬ ਬਾਦਸ਼ਾਹ ਦੀ ਮੱਤ ਵਾਲੇ ਨਾ ਬਣੀਏ। ਸੰਸਾਰ ਦੇ ਵਿੱਚ ਜੇ ਕਿਸੇ ਪ੍ਰਕਾਰ ਕਿਸੇ ਨੂੰ ਸੁੱਖ ਨਹੀਂ ਨਾ ਦੇ ਸਕਦੇ ਤੇ ਦੁੱਖ ਦੇਣ ਦੀ ਵੀ ਵਿਚਾਰ ਨਹੀਂ ਜੇ ਕਰਨੀ ਚਾਹੀਦੀ। ਸਦੀਵ ਕਾਲ ਲਈ ਸਤਿਗੁਰ ਦੀ ਮੱਤ ਅਨੁਸਾਰ ਚੱਲੀਏ। ਸਤਿਗੁਰ ਦੀ ਮੱਤ ਕੀ ਕਹਿੰਦੀ ਹੈ, ਗੁਰਬਾਣੀ ਕੀ ਕਹਿੰਦੀ ਹੈ, ਸਤਿਗੁਰ ਦੀ ਮਰਿਆਦਾ ਕੀ ਕਹਿੰਦੀ, ਉਹਦੇ ਆਧਾਰ ਤੇ ਚੱਲੀਏ ਤੇ ਸੰਸਾਰ ਵਿੱਚ ਘਾਟਾ ਕਿਸੇ ਪ੍ਰਕਾਰ ਦਾ ਨਹੀਂ ਆਵੇਗਾ। ਨਹੀਂ ਤੇ ਫਿਰ ਜਿਉਂ ਆਏ ਤਿਉਂ ਚਲੇ ਜਾਵਾਂਗੇ, ਸਾਰੀ ਉਮਰ ਖੱਪਦੇ ਮਰਦੇ ਇਦਾਂ ਹੀ ਰਹਿ ਜਾਣਾ, ਇਦਾਂ ਹੀ ਜੀਵਨ ਬਤੀਤ ਕਰਕੇ ਦੁੱਖਾਂ ਵਿੱਚ ਹੀ ਚਲੇ ਜਾਵਾਂਗੇ। ਜੇਕਰ ਆਨੰਦ ਪ੍ਰਾਪਤ ਕਰਨੇ ਆ ਤਾਂ ਪਹਿਲਾਂ ਕਿਸੇ ਨੂੰ ਆਨੰਦ ਦੇਣ ਦੀ ਵਿਚਾਰ ਕਰੋ, ਫਿਰ ਆਨੰਦ ਪ੍ਰਾਪਤ ਹੋਵੇਗਾ। ਤੇ ਸਤਿਗੁਰੂ ਜੀ ਦੀ ਮਾਤੇ ਕਹਿੰਦੀ ਮਰਿਆਦਾ ਇਹ ਕਹਿੰਦੀ, ਭਲਿਆ ਜੇਕਰ ਕਿਸੇ ਪ੍ਰਤੀ ਤੂੰ ਆਪਣੇ ਪ੍ਰਤੀ ਇਦਾਂ ਦੀ ਵਿਚਾਰ ਕਰ ਲਵੇਂ, ਕਿਸੇ ਦੇ ਪ੍ਰਤੀ ਤੂੰ 2 ਦੁੱਖ ਮੰਗੇਗਾ ਤੈਨੂੰ 3 ਮਿਲਣਗੇ, ਸਭ ਤੋਂ ਵੱਡਾ ਤੇਰਾ ਨੁਕਸਾਨ ਹੈ। ਜੇ ਤੂੰ ਕਿਸੇ ਦਾ ਭਲਾ ਕਰੇਗਾ ਸਭ ਤੋਂ ਵੱਡਾ ਭਲਾ ਤੇਰਾ ਹੋਵੇਗਾ। ਤਾਂ ਹੀ ਤਾਂ ਕਿਹਾ ਜਾਂਦਾ ਨਾ, ਸਤਿਗੁਰ ਦੇ ਸਨਮੁਖ ਅਰਦਾਸ ਦੀ ਸਮਾਪਤੀ ਦੇ ਵਿੱਚ ਕਹਿੰਦੇ ਆ ਨਾ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਹੈ। ਸਤਿਗੁਰ ਜੀ ਸਾਰਿਆਂ ਦਾ ਹੀ ਭਲਾ ਹੋਵੇ, ਸਾਰਿਆਂ ਦੇ ਵਿੱਚ ਫਿਰ ਸਾਡਾ ਵੀ ਜਿਹੜਾ ਗਿਣਤੀ ਕੀਤੀ ਜਾਂਦੀ, ਸਾਡਾ ਵੀ ਸਰੀਰ ਆ ਜਾਂਦਾ, ਸਾਡਾ ਭਲਾ ਵੀ ਮੰਨਿਆ ਜਾਂਦਾ ਹੈ। ਤੇ ਫਿਰ ਆਨੰਦ ਹੀ ਵੱਖਰੇ ਨੇ। ਸਤਿਗੁਰ ਤੇ ਹੋਰ ਕਹਿੰਦੇ ਸਾਨੂੰ ਗੱਲ, ਪਰ ਅਸੀਂ ਹੋਰ ਗੱਲ ਵਿਚਾਰ ਕੇ ਬੈਠੇ ਹਾਂ। ਇਸ ਕਰਕੇ ਸਤਿਗੁਰ ਜੀ ਬਖਸ਼ਿਸ਼ ਰਹਿਮਤ ਕਰਦੇ ਨੇ, ਕਿਰਪਾ ਕਰਦੇ, ਇਸ ਆਧਾਰ ਤੇ ਚੱਲੀਏ, ਆਨੰਦ ਹੀ ਆਨੰਦ ਹੈ। ਪਰ ਉਹ ਪਾਪੀ ਔਰੰਗਜ਼ੇਬ ਬਾਦਸ਼ਾਹ ਤੋਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਗ੍ਰਹਿ ਵਿਖੇ ਖੁਸ਼ੀਆਂ ਬਰਦਾਸ਼ਤ ਨਹੀਂ ਹੋਈਆਂ। ਭਾਵੇਂ ਆਨੰਦ ਮੰਗਲ ਬਣੇ ਨੇ, ਖੁਸ਼ੀਆਂ ਬਣੀਆਂ ਨੇ, ਇਹ ਕਿਵੇਂ ਕਰਕੇ ਸਮਾਂ ਹੁੰਦਾ, ਕੀ ਕਰਕੇ ਗੱਲਬਾਤ ਬਣਦੀ, ਆਪਾਂ ਰਹਿੰਦੀ ਵਿਚਾਰ ਅੱਗੇ ਸਰਵਣ ਕਰਦੇ ਜਾਵਾਂਗੇ। ਅੱਜ ਦੀ ਵਿਚਾਰ ਇੱਥੋਂ ਤੱਕ ਪ੍ਰਵਾਨ ਕਰਨੀ ਪਿਆਰਿਓ। ਆਓ ਗੁਰੂ ਚਰਨਾਂ ਦੇ ਵਿੱਚ ਸਮਾਪਤੀ ਕਰਨ ਦਾ ਯਤਨ ਕਰੀਏ। ਅੱਗੇ ਕਿਵੇਂ ਕਰਕੇ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਵਿਚਾਰ ਬਣਦੀ ਹੈ, ਕੀ ਕਰਕੇ ਜੋ ਅਗਲੀ ਵਿਚਾਰ ਬਣਦੀ, ਕਿਵੇਂ ਕਰਕੇ ਆਨੰਦ ਮੰਗਲ ਬਣਦੇ ਨੇ, ਸਤਿਗੁਰ ਜੀ ਕਿਵੇਂ ਕਰਕੇ ਖਾਲਸਾ ਪੰਥ ਦਾ ਵੱਖਰਾ ਜਿਹੜਾ ਵਿਚਾਰ ਹੈ ਉਤਪੰਨ ਕਰਦੇ ਨੇ, ਕਿਵੇਂ ਕਰਕੇ ਸਤਿਗੁਰ ਜੀ ਅਗਲੀਆਂ ਵਿਚਾਰਾਂ ਕਰਦੇ, ਯੋਧੇ ਮਹਾਬਲੀ ਸੂਰਮਿਆਂ ਨੂੰ ਕਿਵੇਂ ਭਰਤੀ ਕਰਦੇ ਆ, ਕਿਵੇਂ ਕਰਕੇ ਉੱਥੇ ਸਤਿਗੁਰ ਦੇ ਗ੍ਰਹਿ ਵਿਖੇ ਕਵੀ ਦਰਬਾਰ ਸਜਣੇ ਸ਼ੁਰੂ ਹੁੰਦੇ ਆ। ਉਹ ਰਹਿੰਦੀ ਵਿਚਾਰ ਆਪਾਂ ਕੱਲ ਨੂੰ ਸਰਵਣ ਕਰਾਂਗੇ ਪਿਆਰਿਓ। ਅੱਜ ਦੀ ਵਿਚਾਰ ਇਥੋਂ ਤੱਕ ਪ੍ਰਵਾਨ ਕਰਨੀ। ਆਓ ਗੁਰੂ ਚਰਨਾਂ ਦੇ ਵਿੱਚ ਸਮਾਪਤੀ ਕਰਨ ਦਾ ਯਤਨ ਕਰੀਏ। ਸਤਿਗੁਰੂ ਦੀ ਕਿਰਪਾ ਕਰਦੇ।